ਮੇਰਾ ਸਿਰਫ ਅੱਖ ਦਾ ਨਿਸ਼ਾਨਾ ਉੱਥੇ ਹੁੰਦਾ ਹੈ ਜਿੱਥੇ ਮੇਰਾ ਕੰਮ ਹੈ। ਤੁਹਾਡਾ ਨਿਸ਼ਾਨਾ ਐਮਐਲਏ ਦੀ ਕੁਰਸੀ। ਅਫਵਾਹਾਂ ਦਾ ਬਾਜ਼ਾਰ ਵੀ ਬੜਾ ਗਰਮ ਆ ਵੀ ਅੰਮ੍ਰਿਤਾ ਵੜਿੰਗ ਵਰਸਸ ਹਰਸਿਮਰਤ ਕੌਰ ਬਾਦਲ ਹੋ ਸਕਦਾ ਹੈ ਇਸ ਵਾਰ। ਖਜ਼ਾਨੇ ਖਾਲੀ ਕਰਕੇ ਤੇ ਆਪਦੇ ਘਰ ਭਰੇ। ਕਾਰਡ ਉਹਨਾਂ ਦੇ ਹੀ ਬਣਦੇ ਸੀ ਜਿਨ੍ਹਾਂ ਦੀ ਪਹੁੰਚ ਹੁੰਦੀ ਸੀ ਬਾਦਲ ਸਾਹਿਬ ਤੱਕ। ਤੁਸੀਂ ਤਾਂ ਨਹੀਂ ਕੋਈ ਗੱਲ ਲੁਕੋ ਰਹੇ ਅੱਜ। ਜੋ ਦਿਲੋਂ ਦਿਮਾਗ 'ਚ ਹੈ ਵੀਰੇ ਉਹੀ ਬੋਲ ਰਹੀ ਹਾਂ। ਰਾਜਾ ਵੜਿੰਗ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਸੀ ਮੈਨੂੰ ਗ੍ਰਹਿ ਵਿਭਾਗ ਮਿਲਣਾ ਚਾਹੀਦਾ, ਮੈਂ ਇੱਕ ਦਿਨ 'ਚ ਬਾਦਲਾਂ ਨੂੰ ਅੰਦਰ ਕਰ। ਸੜਕਾਂ ਬਣਾਈਆਂ, ਪਿੰਡ ਪਿੰਡ ਵਿੱਚ ਸੜਕਾਂ ਬਣਾਈਆਂ। ਕਿਉਂ ਜ਼ਰੂਰਤ ਪਈ ਬਣਾਉਣ ਦੀ? ਕਿਉਂਕਿ ਕਦੀ ਬਣੀਆਂ ਹੀ ਨਹੀਂ ਸੀ। ਲੋਕ ਯਾਦ ਰੱਖਣ ਜੀ, ਇੱਕ ਐਸੀ ਮਿਸਾਲ ਛੱਡ ਕੇ ਜਾਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਜੇ ਪੰਜਾਬ ਦੀ ਸਿਆਸਤ ਦੀ ਅਸੀਂ ਗੱਲ ਕਰਦੇ ਹਾਂ, ਪੰਜਾਬ ਦੀ ਸਿਆਸਤ ਦੇ ਬਹੁਤ ਰੰਗ ਨੇ, ਬੜਾ ਕੁਛ ਆਏ ਦਿਨ ਨਵਾਂ ਹੁੰਦਾ ਰਹਿੰਦਾ ਗਾ। ਤੇ ਜੇ 2022 ਵੱਲ ਝਾਕਦੇ ਹਾਂ, ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਗੀਆਂ, ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਤੇ ਵੱਖੋ-ਵੱਖ ਪਾਰਟੀਆਂ ਦੇ ਜੇ ਲੀਡਰਾਂ ਕਣੀ ਦੇਖਦੇ ਹਾਂ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਉਹਨਾਂ ਦਾ ਵਿਰੋਧ ਵੀ ਚੱਲ ਰਿਹਾ ਹੈਗਾ। ਜੇ ਚੰਨੀ ਸਰਕਾਰ ਦੀ ਗੱਲ ਕਰਦੇ ਆ, ਨਵੇਂ ਮੁੱਖ ਮੰਤਰੀ ਬਣੇ ਆ, ਨਵੀਂ ਕੈਬਨਿਟ ਆ, ਕੁਝ ਮੰਤਰੀ ਨਵੇਂ ਐਡ ਹੋਏ ਨੇ, ਪਰ ਜਿਹੜੇ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਉਹਨਾਂ ਦੇ ਵਿੱਚ ਬਹੁਤ ਚਰਚਿਤ ਚਿਹਰਾ ਨੇ ਐਮਐਲਏ ਗਿੱਦੜਬਾਹਾ, ਕੈਬਨਿਟ ਮਿਨਿਸਟਰ ਬਣੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ। ਖਾਸ ਕਰਕੇ ਗੱਲ ਹੁੰਦੀ ਆ ਮਾਫੀਏ ਦੀ। ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਨਸ਼ਾ ਮਾਫੀਆ, ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਜਿਉਂ ਹੀ ਆਈਆਂ ਤੇ ਉੱਭਰੀਆਂ, ਹੁਣ ਟਰਾਂਸਪੋਰਟ ਮਿਨਿਸਟਰ ਬਣੇ ਨੇ ਤੇ ਰਾਜਾ ਵੜਿੰਗ ਨੂੰ ਇੱਥੋਂ ਤੱਕ ਵੀ ਕਿਹਾ ਜਾਂਦਾ ਗਾ, ਲੋਕ ਕਹਿੰਦੇ ਨੇ ਵੀ ਜਿਹੜਾ ਮਹਿਕਮਾ ਉਹ ਭਾਲਦੇ ਸੀ ਉਹੀ ਉਹਨਾਂ ਨੂੰ ਮਿਲਿਆ ਤੇ ਪਿਛਲੇ ਦਿਨੀ ਉਹਨਾਂ ਨੇ ਆਪਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਗਾ। ਪਰ ਕੀ ਗਿੱਦੜਬਾਹਾ ਦੇ ਲੋਕ ਰਾਜਾ ਵੜਿੰਗ ਤੋਂ ਖੁਸ਼ ਨੇ? ਕੀ ਪੰਜਾਬ ਦੀ ਜਨਤਾ ਖੁਸ਼ ਆ? ਜਾਂ ਕੀ ਰਾਜਾ ਵੜਿੰਗ ਉਹ ਸਭ ਕੁਝ ਕਰ ਰਹੇ ਨੇ ਜਿਹੜਾ ਕੁਝ ਉਹ ਪਹਿਲਾਂ ਨਹੀਂ ਕਰ ਸਕਦੇ ਸੀ? ਇਹ ਕੁਝ ਸਵਾਲ ਨੇ, ਲੋਕਾਂ ਦੇ ਸਵਾਲ ਨੇ। ਉਹਨਾਂ ਸਵਾਲਾਂ ਦੇ ਵੀ ਜਵਾਬ ਲਵਾਂਗੇ। ਤੇ ਇੱਕ ਹੋਰ ਸਵਾਲ ਆ ਜਿਹੜਾ ਸਭ ਤੋਂ ਵੱਡਾ, ਕੀ ਪਰਿਵਾਰ ਦੇ ਵਿੱਚ 2 ਟਿਕਟਾਂ ਵੀ ਹੋ ਸਕਦੀਆਂ ਇਸ ਵਾਰ ਵੜਿੰਗ ਫੈਮਿਲੀ ਦੇ ਵਿੱਚ? ਉਹ ਵੀ ਸਵਾਲ ਦਾ ਅਸੀਂ ਜਵਾਬ ਲੈਣ ਅੱਜ ਪਹੁੰਚੇ ਹਾਂ। ਸਾਡੇ ਨਾਲ ਇਸ ਖਾਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਅੰਮ੍ਰਿਤਾ ਵੜਿੰਗ। ਮੈਮ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਆ, ਟਰਾਂਸਪੋਰਟ ਮਾਫੀਆ ਨੂੰ ਲੈ ਕੇ ਇਹ ਸ਼ਬਦ ਬੜਾ ਪ੍ਰਚਲਿਤ ਰਿਹਾ। ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਹਿੰਦੇ ਸੀ ਮੈਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਜਾਵੇ, ਜਾਂ ਜਿਹੜੇ ਤੁਹਾਡੇ ਵਿਰੋਧੀ ਨੇ ਖਾਸ ਕਰਕੇ ਢਿੱਲੋਂ ਪਰਿਵਾਰ ਦੀ ਗੱਲ ਹੁੰਦੀ ਆ, ਉਹਨਾਂ ਕੋਲੇ ਵੀ ਬੱਸਾਂ ਆਈਆਂ। ਅਸਲ ਦੇ ਵਿੱਚ ਪਤਾ ਲੱਗਿਆ ਗਿਆ ਜਦੋਂ ਹੁਣ ਬੱਸਾਂ ਦੀ, ਅੱਜ ਵੀ ਜੇ ਅਸੀਂ ਅੱਜ ਦੀ ਗੱਲ ਕਰਦੇ ਹਾਂ, ਅੱਜ ਵੀ ਬਠਿੰਡੇ ਬੱਸਾਂ ਰੋਕੀਆਂ ਗਈਆਂ, ਲਗਾਤਾਰ ਬੱਸਾਂ ਬੰਦ ਹੋ ਰਹੀਆਂ ਗੀਆਂ। ਪਤਾ ਲੱਗਿਆ ਵੀ ਜਿਹੜਾ ਟਰਾਂਸਪੋਰਟ ਮਾਫੀਆ ਹੈਗਾ ਇਹ ਲੋਕ ਹੈ ਕੌਣ ਨੇ? ਵੇਖੋ ਵੀਰ, ਮਾਫੀਆ ਦੇ ਵਿੱਚ ਜਿੰਨੇ ਵੀ ਲੋਕ ਸੰਬੰਧਿਤ ਹੈ ਉਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਮੋਨੋਪੋਲਾਈਜ਼ ਕਰ ਲਿਆ ਟਰਾਂਸਪੋਰਟ ਨੂੰ ਜੀ, ਜਿਨ੍ਹਾਂ ਨੇ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਤੀਆਂ ਜੀ, ਜਿਨ੍ਹਾਂ ਨੇ ਸਰਕਾਰੀ ਢਾਂਚੇ ਨੂੰ ਹਿਲਾ ਕੇ ਰੱਖਤਾ ਔਰ ਜਿਨ੍ਹਾਂ ਨੇ ਸਰਕਾਰੀ ਟਰਾਂਸਪੋਰਟ ਨੂੰ ਖਤਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤੇ ਪੰਜਾਬ ਟਰਾਂਸਪੋਰਟ ਨੂੰ ਉਹਨਾਂ ਨੇ ਇੱਕ ਪ੍ਰਾਈਵੇਟ ਟਰਾਂਸਪੋਰਟ ਬਣਾ ਕੇ, ਆਪਦਾ ਪ੍ਰਾਈਵੇਟ ਬਿਜ਼ਨਸ ਬਣਾ ਕੇ, ਜੋ ਵੀ ਰੈਵਨਿਊ ਇੱਕ ਸਰਕਾਰ ਨੂੰ ਆਉਣਾ ਚਾਹੀਦਾ ਹੈ ਜੀ ਕਿਸੇ ਮਹਿਕਮੇ ਦਾ, ਉਹ ਸਾਰੇ ਦਾ ਸਾਰਾ ਰੈਵਨਿਊ ਉਹਨਾਂ ਦੇ ਆਪਦੇ ਘਰਾਂ 'ਚ ਵੜ ਰਿਹਾ ਸੀ। ਇਹ ਉਹ ਸਾਰੇ ਪਰਿਵਾਰ ਹੈ ਪੰਜਾਬ ਦੇ ਜੀ। ਤੁਹਾਨੂੰ ਇਹ ਵੀ ਨਹੀਂ ਲੱਗ ਰਿਹਾ ਕਿਤੇ ਨਾ ਕਿਤੇ, ਜੇ ਪਿਛਲੇ ਦਿਨਾਂ ਦੀ ਗੱਲ ਕਰਦੇ ਆ, ਵੀ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਨੇ ਤੁਹਾਡੇ ਸ਼੍ਰੋਮਣੀ ਅਕਾਲੀ ਦਲ, ਵੀ ਉਧਰਲੇ ਪਾਸੇ ਨੂੰ ਜ਼ਿਆਦਾ ਧੱਕੇਬਾਜ਼ੀ ਤਾਂ ਨਹੀਂ ਹੋ ਰਹੀ? ਜਿਵੇਂ ਕਾਂਗਰਸੀਆਂ ਵੱਲੋਂ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਅਕਾਲੀ ਵਾਲਾ ਧੱਕਾ ਕਰਦੇ ਆ, ਵੀ ਹੁਣ ਤੁਹਾਡੇ ਵੱਲੋਂ ਤਾਂ ਨਹੀਂ ਧੱਕੇ ਹੋ ਰਿਹਾ? ਸਹੀ ਹੋ ਰਿਹਾ ਹੈਗਾ? ਦੇਖੋ, ਇਹਦਾ ਜਵਾਬ ਤਾਂ ਲੋਕ ਦੇ ਸਕਦੇ ਹੈ ਜੀ। ਜੋ ਕੁਝ ਅੱਜ ਤੱਕ ਕੀਤਾ ਹੈ ਰਾਜਾ ਜੀ ਨੇ, ਜੋ ਕੁਝ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਉਹ ਬਿਲਕੁਲ ਲੀਗਲ ਤਰੀਕੇ ਨਾਲ ਕੀਤਾ ਗਿਆ। ਜੇ ਕਿਸੇ ਟਰਾਂਸਪੋਰਟਰ ਨੇ ਟੈਕਸ ਨਹੀਂ ਭਰਿਆ ਤੇ ਜੇ ਉਹ ਤੋਂ ਟੈਕਸ ਭਰਾਉਣਾ ਇਲੀਗਲ ਹੈ ਤਾਂ ਡੈਫੀਨੇਟਲੀ ਇਹ ਇਲੀਗਲ ਹੀ ਹੋਊਗੀ ਗੱਲ। ਜੇ ਟੈਕਸ ਭਰਨਾ ਇਲੀਗਲ ਮੰਨਦੇ ਆ ਆਪਾਂ, ਇਜ਼ ਇਟ ਇਲੀਗਲ? ਤੁਸੀਂ ਦੱਸੋ ਮੈਨੂੰ। ਇਟਸ ਲੀਗਲ, ਰਾਈਟ? ਜੇ ਕੋਈ ਆਪਾਂ ਕੰਮ ਕਰ ਰਹੇ ਹਾਂ ਤਾਂ ਟੈਕਸ ਭਰਨਾ ਆਪਣੀ ਜ਼ਿੰਮੇਵਾਰੀ ਹੈ ਸਰਕਾਰ ਦੇ ਪ੍ਰਤੀ। ਉਹਨਾਂ ਲੋਕਾਂ ਨੇ ਕਦੀ ਟੈਕਸ ਭਰਿਆ ਹੀ ਨਹੀਂ। ਬੇਸਿਕਲੀ ਜੋ ਹੋ ਰਿਹਾ ਹੈ ਇਹ ਲੋਕ ਹਿੱਤਾਂ ਦੇ ਹੱਕ 'ਚ, ਲੋਕਾਂ ਦੇ ਹੱਕ 'ਚ ਹੋ ਰਿਹਾ, ਲੋਕ ਹਿੱਤ ਵਿੱਚ ਹੋ ਰਿਹਾ ਹੈ। ਔਰ ਜਿਹੜਾ ਲੋਕ ਡਿਮਾਂਡ ਕਰਦੇ ਸੀ ਮਗਰਲੇ ਕਈ ਅਰਸਿਆਂ ਤੋਂ ਜੀ, ਉਹ ਰਾਜਾ ਨੇ ਪਿਛਲੇ 21-22 ਦਿਨਾਂ ਦੇ ਵਿੱਚ ਕੀਤਾ ਹੈ। ਔਰ ਜਿਹੜਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਹ ਕੀਤਾ। ਰਾਜਾ ਵੜਿੰਗ ਕਿਤੇ ਨਾ ਕਿਤੇ ਵੀ ਕਹਿੰਦੇ ਸੀ ਮੈਨੂੰ ਗ੍ਰਹਿ ਵਿਭਾਗ ਮਿਲਣਾ ਚਾਹੀਦਾ, ਮੈਂ ਇੱਕ ਦਿਨ 'ਚ ਬਾਦਲਾਂ ਨੂੰ ਅੰਦਰ ਕਰ ਦੂੰ। ਦੇਖੋ, ਮੈਨੂੰ ਉਸ ਗੱਲ ਦਾ ਤਾਂ ਪਤਾ ਨਹੀਂ, ਪਰ ਇਹ ਜ਼ਰੂਰ ਕਹੂੰਗੀ ਕਿ ਜਿਹੜਾ ਵਿਭਾਗ ਮਿਲਿਆ ਹੈ ਉਹਨੂੰ ਚਮਕਾ ਦੇਣਗੇ।
ਜਿਹੜੀਆਂ ਚੀਜ਼ਾਂ ਬੜੀਆਂ ਪੈਂਡਿੰਗ ਪਈਆਂ ਸੀ ਔਰ ਜੋ ਲੋਕ ਮੰਗਦੇ ਸੀ ਬੜੇ ਅਰਸਿਆਂ ਤੋਂ ਉਹ ਕਰ ਦੇਣਗੇ। ਜੇ ਆਪਾਂ ਗਿੱਦੜਬਾਹੇ ਸ਼ਹਿਰ ਦੀ ਗੱਲ ਕਰਦੇ ਹਾਂ, ਖਾਸ ਕਰਕੇ ਸੀਵਰੇਜ ਸਿਸਟਮ ਦੀ ਗੱਲ ਹੁੰਦੀ ਆ, ਕੱਲ ਵੀ ਤੁਸੀਂ ਉੱਥੇ ਸ਼ਿਕਾਇਤਾਂ ਸੁਣ ਰਹੇ ਸੀ, ਤੁਹਾਨੂੰ ਕਿਵੇਂ ਲੱਗਦਾਗਾ ਵੀ ਗਿੱਦੜਬਾਹੇ ਸ਼ਹਿਰ ਦੇ ਵਿੱਚ ਉਵੇਂ ਵਿਕਾਸ ਹੋ ਰਿਹਾਗਾ ਜਿਵੇਂ ਹੋਣਾ ਚਾਹੀਦਾ ਸੀ? ਜਿਹੜਾ ਕੰਮ ਮਗਰਲੇ 40 ਸਾਲਾਂ ਦੇ ਵਿੱਚ ਨਹੀਂ ਹੋਇਆ ਜੀ, ਉਹ ਕੰਮ ਮਗਰਲੇ 4.5 ਸਾਲਾਂ ਦੇ ਵਿੱਚ ਕੀਤੇ। ਦੇਖੋ ਸੀਵਰੇਜ ਸਿਸਟਮ ਦੀ ਤੁਸੀਂ ਗੱਲ ਕੀਤੀ ਹੈ ਜੀ, ਕੱਲ ਉੱਥੇ ਗੱਲ ਤਾਂ ਹੋ ਰਹੀ ਸੀ ਕਿਉਂਕਿ ਸੀਵਰੇਜ ਸਿਸਟਮ ਕਦੀ ਸਹੀ ਢੰਗ ਨਾਲ ਸੀਵਰੇਜ ਪਿਆ ਹੀ ਨਹੀਂ ਗਿੱਦੜਬਾਹਾ ਦੇ ਵਿੱਚ, ਉਹ ਪਾਇਆ ਹੀ ਮਗਰਲੇ 4.5 ਸਾਲ 'ਚ ਹੈ ਜੀ। ਜੇ ਵਾਟਰ ਵਰਕਸ ਦੀ ਗੱਲ ਕਰਾਂ ਤਾਂ ਵਾਟਰ ਵਰਕਸ ਦੀਆਂ ਪਾਈਪਾਂ ਤੋਂ ਲੈ ਕੇ ਤੇ ਵਾਟਰ ਵਰਕਸ ਪਿੰਡਾਂ ਦੇ ਵਿੱਚ ਜਿਹੜੇ ਲਾਏ ਹੈ ਇਹ ਮਗਰਲੇ 4.5 ਸਾਲਾਂ 'ਚ ਲਾਏ ਹੈ। ਸੜਕਾਂ ਬਣਾਈਆਂ, ਪਿੰਡ ਵਿੱਚ ਸੜਕਾਂ ਬਣਾਈਆਂ। ਕਿਉਂ ਜ਼ਰੂਰਤ ਪਈ ਬਣਾਉਣ ਦੀ? ਕਿਉਂਕਿ ਕਦੀ ਬਣੀਆਂ ਹੀ ਨਹੀਂ ਸੀ ਸਹੀ ਢੰਗ ਦੇ ਨਾਲ। ਸਕੂਲਾਂ ਦੀ ਗੱਲ ਕਰੀਏ ਤਾਂ ਹਰ ਇੱਕ ਪਿੰਡ ਦੇ ਵਿੱਚ ਸਕੂਲ ਨੂੰ ਰੀਫਰਬਿਸ਼ ਕਰਨ ਦੀ ਜ਼ਰੂਰਤ ਸੀ। ਹਰ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਹੈ, ਇਹ ਕੰਮ ਕੀਤੇ ਹੈ। ਸਰਕਾਰੀ ਕਾਲਜ ਗਿੱਦੜਬਾਹਾ ਦੇ ਵਿੱਚ ਹੈ ਹੀ ਨਹੀਂ ਸੀ। ਕਿਉਂ ਨਾ ਲਿਆਂਦਾ? ਬਾਦਲਾਂ ਦੇ ਕੋਲ ਇਹ ਹਲਕਾ ਮਗਰਲੇ 40 ਸਾਲਾਂ ਤੋਂ ਹੈ, ਉਹਨਾਂ ਨੇ ਨੁਮਾਇੰਦਗੀ ਕੀਤੀ ਹੈ ਮਗਰਲੇ 40 ਸਾਲ, ਮੁੱਖ ਮੰਤਰੀ ਰਹੇ ਨੇ ਉਹ। ਕਿਉਂ ਨਾ ਉਹ ਸਰਕਾਰੀ ਕਾਲਜ ਨਹੀਂ ਸੀ ਲਿਆ ਸਕਦੇ? ਡੈਫੀਨਿਟਲੀ ਲਿਆ ਸਕਦੇ ਸੀ। ਉਹ ਮੁੱਖ ਮੰਤਰੀ ਜੋ ਚਾਹਵੇ ਆਪਦੇ ਹਲਕੇ ਨੂੰ ਦੇ ਸਕਦਾ ਹੈ, ਕਿਉਂ ਨਾ ਦਿੱਤਾ ਉਹਨਾਂ ਨੇ? ਜੇ ਉਹਨਾਂ ਨੇ ਇਹ ਕੰਮ ਨਹੀਂ ਕੀਤੇ ਤਾਂ ਹੀ ਇਹਨਾਂ ਨੂੰ ਕਰਨ ਦੀ ਜ਼ਰੂਰਤ ਪਈ। ਦੇਖੋ ਇਹ ਸਾਰਾ ਪੈਸਾ ਗਿੱਦੜਵੇ ਦੇ ਬੇਸਿਕ ਇਨਫਰਾਸਟ੍ਰਕਚਰ ਨੂੰ ਖੜਾ ਕਰਨ ਤੇ ਲਾਇਆ ਮਗਰਲੇ 4.5 ਸਾਲ ਦੇ ਵਿੱਚ। ਤੇ ਜੇ ਇਹ ਇਨਫਰਾਸਟ੍ਰਕਚਰ ਪਹਿਲਾਂ ਹੀ ਹੁੰਦਾ ਤਾਂ ਕੋਈ ਇੰਡਸਟਰੀ ਲਿਆਉਂਦੇ ਵੱਡੀ, ਕੋਈ ਏਮਪਲੋਇਮੈਂਟ ਦਾ ਸੋਰਸ ਕ੍ਰੀਏਟ ਕਰਦੇ ਲੋਕਾਂ ਵਾਸਤੇ। ਜਿੰਨਾ ਪੈਸਾ ਸੀ ਬੇਸਿਕਸ ਗਿੱਦੜਵੇ ਦੇ ਠੀਕ ਕਰਨ ਤੇ ਲਾਤਾ, ਭਾਵੇਂ ਉਹ ਸੜਕਾਂ ਨੇ, ਸੀਵਰੇਜ ਸਿਸਟਮ ਹੈ, ਭਾਵੇਂ ਉਹ ਗਲੀਆਂ ਨਾਲੀਆਂ ਹੈ, ਭਾਵੇਂ ਉਹ ਸਕੂਲ ਹੈ, ਕਾਲਜ ਹੈ, ਹਸਪੀਟਲ ਹੈ। ਹਸਪੀਟਲ ਦਾ ਇੰਨਾ ਬੁਰਾ ਹਾਲ ਹੁੰਦਾ ਸੀ, ਅੱਜ ਤੁਸੀਂ ਦੇਖੋ ਕਿ ਗਿੱਦੜਵੇ ਦਾ ਹਸਪੀਟਲ ਪੰਜਾਬ ਦੇ ਪਹਿਲੇ ਨੰਬਰਾਂ ਦੇ ਹਸਪੀਟਲਸ ਵਿੱਚੋਂ ਇੱਕ ਹੈ। ਤੇ ਜਿਹੜੇ ਗੋਡਿਆਂ ਦੀ ਸਰਜਰੀ, ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਦਿੰਨੀ ਹੈ ਤੁਹਾਨੂੰ ਕਿ ਗੋਡਿਆਂ ਦੀ ਸਰਜਰੀ ਗਿੱਦੜਬਾਹਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਮੁਫਤ ਕੀਤੀ ਜਾਂਦੀ ਹੈ। ਕਿੰਨੇ ਕੁ ਸਰਕਾਰੀ ਹਸਪੀਟਲ ਹੈ ਜਿੱਥੇ ਹੁੰਦੀ ਹੈ? ਔਰ 100% ਸਕਸੈਸਫੁਲ ਹੈ ਉੱਥੇ ਹੋਣ ਵਾਲੀਆਂ ਸਰਜਰੀਜ਼, ਕਿਉਂਕਿ ਉੱਥੇ ਆਰਥੋਪੈਡਿਕ ਸਰਜਨਸ ਬਹੁਤ ਅੱਛੇ ਹੈ। ਹੋਰ ਵੀ ਬੜੇ ਡਿਪਾਰਟਮੈਂਟਸ ਹੈ ਜਿਨ੍ਹਾਂ ਦੇ ਵਿੱਚ ਡਾਕਟਰਸ ਇੰਨੇ ਹੀ ਕਾਬਲ ਹੈ ਕਿਉਂਕਿ ਉੱਥੇ ਖਾਸ ਧਿਆਨ ਦਿੱਤਾ ਜਾਂਦਾ ਹੈ। ਗਿੱਦੜਬਾਹਾ ਦੇ ਹਸਪੀਟਲ ਨੂੰ ਇੱਕ ਵਾਰੀ 15 ਲੱਖ ਰੁਪਈਆ ਸਰਕਾਰ ਨੇ ਇਨਾਮ ਦਿੱਤਾ। ਹੁਣ ਕੁਝ ਦਿਨ ਪਹਿਲਾਂ 1 ਲੱਖ ਰੁਪਈਆ ਇਨਾਮ ਦਿੱਤਾ ਕਿਸੇ ਚੀਜ਼ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹਸਪੀਟਲ। ਤਾਂ ਇਹ ਬੇਸਿਕਸ ਹੁੰਦੇ ਨੇ ਕਿਸੇ ਵੀ ਹਲਕੇ ਦੇ, ਉਹਨਾਂ ਬੇਸਿਕਸ ਨੂੰ ਖੜਾ ਕਰਨ ਦੇ ਵਿੱਚ ਮਗਰਲੇ 4.5 ਸਾਲ ਦੇ ਰਾਜਾ ਜੀ ਲੱਗੇ ਹੋਏ ਨੇ। ਇੱਥੋਂ ਤੱਕ ਵੀ ਸੀ, ਮੈਂ ਮਾਫੀ ਚਾਹੂੰਗਾ, ਇੱਥੋਂ ਤੱਕ ਵੀ ਸੀਗਾ ਵੀ ਗਿੱਦੜਬਾਹੇ ਦੇ ਹਸਪਤਾਲ ਨੂੰ ਕਿਹਾ ਜਾਂਦਾ ਸੀ ਵੀ ਇੱਥੇ ਤੱਕ ਕਬੂਤਰ ਬੋਲਦੇ ਨੇ। ਬਿਲਕੁਲ ਇਸੇ ਤਰ੍ਹਾਂ ਹੀ ਸੀ। ਵਾਕਈ ਗਿੱਦੜਵੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਕਬੂਤਰ ਬੋਲਿਆ ਕਰਦੇ ਸੀ। ਤੇ ਅੱਜ ਤੁਸੀਂ ਜਾ ਕੇ ਦੇਖੋ ਉੱਥੇ ਖੜਨ ਨੂੰ ਥਾਂ ਨਹੀਂ ਹੁੰਦੀ, ਇੰਨੀ ਓਪੀਡੀ ਦਾ ਰੇਟ ਹਾਈ ਰਹਿੰਦਾ ਉੱਥੇ। ਤੇ ਮੁਕਤਸਰ ਦਾ ਖਾਸ ਕਰਕੇ ਪਿਛਲੇ ਦਿਨੀ ਮੈਂ ਹੀ ਇੱਕ ਰਿਪੋਰਟ ਕੀਤੀ ਸੀਗੀ, ਉਹਦੇ ਵਿੱਚ ਇੱਕ ਡਰੱਗ ਐਡਿਕਟ ਸੀਗਾ, ਓਵਰਡੋਜ਼ ਕਰਕੇ ਉਹ ਮੁਕਤਸਰ ਦੇ ਹਸਪਤਾਲ ਦੇ ਵਿੱਚ ਭਰਤੀ ਹੁੰਦਾਗਾ, ਪਰ ਉੱਥੇ ਕੋਈ ਵੀ ਡਾਕਟਰ ਨਹੀਂ ਸੀਗਾ। ਮੁਕਤਸਰ ਦੇ ਹਸਪਤਾਲ ਦਾ ਤਾਂ ਬਹੁਤ ਬੁਰਾ ਹਾਲ ਆ ਕਹਿੰਦੇ। ਵੀਰ ਮੈਂ ਤੁਹਾਨੂੰ ਗਿੱਦੜਬਾਹਾ ਬਾਰੇ ਰਿਪੋਰਟ ਦੇ ਸਕਦੀ ਹਾਂ ਬਿਕੋਜ਼ ਬਿਲਕੁਲ ਹੈਡਸ ਔਨ ਰਹੀਦਾ ਗਿੱਦੜਬਾਹਾ ਵਾਸਤੇ। ਭਾਵੇਂ ਉਹ ਹਸਪੀਟਲ ਹੋਵੇ, ਭਾਵੇਂ ਉਹ ਸਕੂਲਸ ਹੋਣ, ਭਾਵੇਂ ਉੱਥੋਂ ਕੋਈ ਵੀ ਉੱਥੋਂ ਦੀ ਨੈਸੈਸਿਟੀ ਹੋਵੇ, ਉਹਦੇ ਲਈ ਹਮੇਸ਼ਾ ਤਤਪਰ ਰਹੀਦਾ ਜੀ। ਐਤਕੀ ਕੁਝ ਫੇਰ ਬਦਲ ਵੀ ਹੋ ਸਕਦਾਗਾ ਵੀ ਮੁਕਤਸਰ ਆ ਸਕਦੇ ਹੋ ਤੁਸੀਂ, ਜਾਂ ਗਿੱਦੜਬਾਹਾ ਛੱਡ ਕੇ ਇਦਾਂ ਦੀ ਕੋਈ ਜਿਹੜੀਆਂ ਅਫਵਾਹਾਂ ਆਈਆਂ ਕਿ ਸਿਰਫ ਅਫਵਾਹਾਂ ਹੀ ਆ? ਇਹ ਅਫਵਾਹਾਂ ਹੀ ਨੇ, ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਗੱਲ ਹੈ। ਤੇ ਬਾਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਹਮੇਸ਼ਾ ਪਾਰਟੀ ਡਿਸਾਈਡ ਕਰਦੀ ਹੈ, ਅਸੀਂ ਕੌਣ ਹੈ ਡਿਸਾਈਡ ਕਰਨ ਵਾਲੇ। ਤੁਹਾਨੂੰ ਲੱਗਦਾਗਾ ਵੀ ਜਿਵੇਂ ਹੁਣ ਜੇ ਅਸੀਂ ਪੰਜਾਬ ਦੇ ਵਿੱਤ ਮੰਤਰੀ ਦੀ ਗੱਲ ਕਰਦੇ ਹਾਂ ਮਨਪ੍ਰੀਤ ਸਿੰਘ ਬਾਦਲ, ਉਹ ਪਹਿਲਾਂ ਗਿੱਦੜਬਾਹਾ ਤੋਂ ਵੀ ਜਿੱਤਦੇ ਰਹੇ ਨੇ, ਵੀ ਗਿੱਦੜਬਾਹਾ ਦਾ ਉਹ ਵਿਕਾਸ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸੀ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਨਹੀਂ ਪਹਿਲਾਂ ਤੋਂ ਵਿਕਾਸ ਉਵੇਂ ਠੀਕ ਚੱਲਿਆ ਹੈਗਾ? ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦੀ, ਲੇਕਿਨ ਗਿੱਦੜਬਾਹਾ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਹਾਂ ਕਿ ਗਿੱਦੜਵੇ ਦਾ ਬੇਸਿਕ ਇਨਫਰਾਸਟ੍ਰਕਚਰ ਖੜਾ ਕਰਨ ਤੇ ਹੀ ਸਾਨੂੰ 4.5 ਸਾਲ ਲੱਗ ਗਏ। ਇਹ ਚੀਜ਼ਾਂ ਤੁਸੀਂ ਆਪ ਜਾ ਕੇ ਹਲਕੇ ਦੇ ਵਿੱਚ ਪਤਾ ਕਰ ਸਕਦੇ ਹੋ ਜੀ। ਤੁਸੀਂ ਆਪ ਸ਼ਹਿਰ 'ਚ ਜਾ ਕੇ ਲੋਕਾਂ ਨੂੰ ਮਿਲੋ, ਪਤਾ ਕਰੋ, ਪਿੰਡਾਂ 'ਚ ਜਾਓ, ਤੁਹਾਨੂੰ ਆਪ ਪਤਾ ਲੱਗੂਗਾ ਜਿਹੜੇ ਏਰੀਆਜ਼ ਨੂੰ ਕਦੀ ਟੱਚ ਨਹੀਂ ਸੀ ਕੀਤਾ ਗਿਆ ਉਹਨਾਂ ਥਾਵਾਂ ਤੇ ਜਾ ਕੇ ਡਿਵੈਲਪਮੈਂਟ ਕੀਤੀ ਹੈ ਜੀ। ਉਹਨਾਂ ਪਾਕਟਸ, ਸ਼ਹਿਰ ਦੀਆਂ ਉਹਨਾਂ ਪਾਕਟਸ ਵਿੱਚ ਡਿਵੈਲਪਮੈਂਟ ਕੀਤੀ ਹੈ ਜਿੱਥੇ ਮੈਨੂੰ ਲੱਗਦਾ ਕਦੀ ਵਿਜ਼ਿਟ ਹੀ ਨਹੀਂ ਕੀਤਾ ਹੋਣਾ ਕਿਸੇ ਨੇ ਜੀ। ਖਾਸ ਕਰਕੇ ਜੇ ਪੋਲੀਟੀਕਲ ਅਸੀਂ ਦੇਖਦੇ ਹਾਂ ਸਿਨੈਰੀਓ, ਤੁਸੀਂ ਪੋਲੀਟੀਕਲ ਤੌਰ ਦੇ ਉੱਤੇ ਪੂਰੇ ਅਪਡੇਟ ਵੀ ਰਹਿੰਦੇ ਹੋਵੋਗੇ। ਇੱਕ ਪਾਸੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੇ, ਹੁਣ ਚੰਨੀ ਸਰਕਾਰ ਦੇ, ਤੁਸੀਂ ਕਿਵੇਂ ਦੇਖਦੇ ਹੋ? ਕੋਈ ਫਰਕ ਮਹਿਸੂਸ ਹੋਇਆ ਕਿ ਉਦਾਂ ਹੀ ਸੇਮ ਚੱਲ ਰਿਹਾ? ਡੈਫੀਨੇਟਲੀ ਦੇਖੋ ਜਿਹੜੇ ਮਗਰਲੇ 4.5 ਸਾਲ ਸੀ ਜੀ, ਕੰਮ ਤਾਂ ਗਿੱਦੜ ਵਿੱਚ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ। ਪਰ ਇਹ ਹੈ ਕਿ ਹੁਣ ਰਾਜਾ ਟਰਾਂਸਪੋਰਟ ਮੰਤਰੀ ਬਣ ਗਏ ਨੇ ਤਾਂ ਆਪਦੀ ਗੱਲ ਕਰੂੰਗੀ ਬਿਕਾਜ਼ ਮੈਨੂੰ, ਜੇ ਤੁਸੀਂ ਵੱਡੇ ਪੱਧਰ ਤੇ ਗੱਲ ਕਰਨਾ ਚਾਹੋਗੇ ਤਾਂ
ਆਈ ਥਿੰਕ ਆਈ ਐਮ ਨਾਟ ਦ ਰਾਈਟ ਪਰਸਨ ਟੂ ਆਨਸਰ ਜੀ। ਲੇਕਿਨ ਡੈਫੀਨਿਟਲੀ ਸਾਡੇ ਲਈ ਤਾਂ ਉਹਦਾ ਫਰਕ ਬਹੁਤ ਹੈ, ਬਿਕੋਜ਼ ਰਾਜਾ ਹੁਣ ਜ਼ਿੰਮੇਵਾਰੀਆਂ ਵਧਣ ਕਰਕੇ ਮੈਂ ਹਲਕਾ ਦੇਖ ਰਹੀ ਹਾਂ ਰਾਜਾ ਜੀ ਦਾ, ਤੇ ਰਾਜਾ ਆਪਦਾ ਡਿਪਾਰਟਮੈਂਟ ਦੇਖਦੇ ਆ ਤਾਂ ਜ਼ਿਆਦਾ ਸਮਾਂ ਰਾਜਾ ਜੀ ਦਾ ਚੰਡੀਗੜ੍ਹ ਬਤੀਤ ਹੁੰਦਾ ਹੈ ਤੇ ਮੇਰਾ ਗਿੱਦੜਵਾ ਬਤੀਤ ਹੁੰਦਾ ਹੈ। ਮੇਰੇ ਲਈ ਡੈਫੀਨਿਟਲੀ ਇਹ ਬੜੀ ਵੱਡੀ ਚੇਂਜ ਹੈ ਜੀ। ਤੇ ਜੇ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਜੋ ਬਦਲਾਵ ਤੁਸੀਂ ਵੇਖ ਰਹੇ ਹੋ, ਜੋ ਚੰਨੀ ਸਾਹਿਬ ਦੇ ਆਉਣ ਤੋਂ ਬਾਅਦ ਬਦਲਾਵ ਆਏ ਨੇ, ਉਸ ਆਪਾਂ ਸਾਰੇ ਹੀ ਵੇਖ ਰਹੇ ਹਾਂ। ਬਿਜਲੀ ਦੇ ਬਿੱਲ ਮਾਫ ਕਰਤੇ, ਪਾਣੀਆਂ ਦੇ ਬਿੱਲ ਮਾਫ ਹੋ ਗਏ, ਜੋ ਕੁਝ ਵੀ ਸਰਕਾਰ ਕਰ ਰਹੀ ਹੈ ਆਪਾਂ ਸਾਰੇ ਦੇਖ ਰਹੇ ਹਾਂ। ਡੈਫੀਨਿਟਲੀ ਚੇਂਜ ਤਾਂ ਹੈਗਾ ਹੀ ਹੈ। ਹੋ ਸਕਦਾ ਵੜਿੰਗ ਫੈਮਿਲੀ ਦੇ ਵਿੱਚ ਇਸ ਵਾਰ 2 ਟਿਕਟਾਂ ਹੋਣ? ਇਸ ਗੱਲ ਬਾਰੇ ਬਿਲਕੁਲ ਨਹੀਂ ਸੋਚਿਆ ਨਹੀਂ, ਇਹ ਪਾਰਟੀ ਡਿਸਾਈਡ ਕਰੂਗੀ। ਅੰਮ੍ਰਿਤਾ ਵੜਿੰਗ ਇੰਟਰਸਟਡ ਨੇ? ਇਹ ਪਾਰਟੀ ਨੇ ਡਿਸਾਈਡ ਕਰਨਾ ਹੈ। ਡੈਫੀਨਿਟਲੀ ਜੇ ਪਾਰਟੀ ਡਿਸਾਈਡ ਕਰੂਗੀ ਤਾਂ ਆਈ ਐਮ ਆਲਵੇਜ਼ देयर। ਤੁਸੀਂ ਤਿਆਰ ਹੋ ਜੇ ਪਾਰਟੀ ਡਿਸਾਈਡ ਕਰੂਗੀ ਤਾਂ? ਜੀ। ਖਾਸ ਕਰਕੇ ਇਹ ਵੀ ਇੱਕ ਲੋਕ ਕਹਿੰਦੇ ਆ ਵੀ ਚਰਚਾ ਗਈ, ਅਫਵਾਹਾਂ ਦਾ ਬਾਜ਼ਾਰ ਵੀ ਬੜਾ ਗਰਮ ਆ ਵੀ ਅੰਮ੍ਰਿਤਾ ਵੜਿੰਗ ਵਰਸਸ ਹਰਸਿਮਰਤ ਕੌਰ ਬਾਦਲ ਹੋ ਸਕਦਾ ਗਾ ਇਸ ਵਾਰ। ਫਿਰ ਮੈਂ ਉਹੀ ਗੱਲ ਕਹੂੰਗੀ ਕਿ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੂਗੀ। ਪਾਰਟੀ ਨੇ ਜੋ ਹੁਕਮ ਲਾਤਾ, ਭਾਵੇਂ ਉਹ ਜੋ ਮਰਜ਼ੀ ਹੋਵੇ, ਇਹ ਪਾਰਟੀ ਤੇ ਡਿਪੈਂਡ ਕਰਦਾ ਹੈ। ਜੀ। ਕਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਇਦਾਂ ਰਾਜਨੀਤੀ ਦੇ ਵਿੱਚ ਇਦਾਂ ਆਓਗੇ ਜਾਂ ਇਦਾਂ ਕਰਕੇ ਇਦਾਂ ਸਬੱਬ ਬਣੂਗਾ? ਕਿਉਂਕਿ ਸਕੂਲ ਦੇ ਵਿੱਚ ਪੜ੍ਹਦੇ ਆ ਜਾਂ ਕਾਲਜ ਦੇ ਵਿੱਚ ਪੜ੍ਹਦੇ ਆ, ਬੰਦੇ ਦਾ ਇੱਕ ਹੋਰ ਡ੍ਰੀਮ ਹੁੰਦਾ ਗਾ, ਫਿਰ ਪੈਸ਼ਨ ਹੁੰਦਾ ਵੀ ਮੈਂ ਆਹ ਬਣਨਾ, ਜਾਂ ਪੇਰੈਂਟਸ ਦੇ ਇੱਕ ਅਲੱਗ ਡ੍ਰੀਮ ਹੁੰਦੇ। ਤੁਸੀਂ ਕਦੇ ਸੋਚਿਆ ਸੀ? ਲੋਕ ਸੇਵਾ ਦਾ ਸ਼ੌਕ ਤਾਂ ਸ਼ੁਰੂ ਤੋਂ ਸੀ ਜੀ। ਕਿਸੇ ਲੋੜਵੰਦ ਨੇ ਕਿਤੇ ਆ ਜਾਣਾ ਘਰੇ ਤਾਂ ਉਹਦੀ ਹੈਲਪ ਕਰਨ ਦਾ ਜਜ਼ਬਾ ਸ਼ੁਰੂ ਤੋਂ ਹੋਇਆ ਕਰਦਾ ਸੀ, ਪਰ ਇਸ ਤਰ੍ਹਾਂ ਪੋਲੀਟੀਕਲੀ ਇਨਵੋਲਵਡ ਹੋਊਗੀ ਇਹ ਨਹੀਂ ਸੀ ਕਦੀ ਸੋਚਿਆ। ਪਰ ਮੈਂ ਤੁਹਾਨੂੰ ਇਹ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਜੀ ਕਿ ਇਹਨੂੰ ਮੈਂ ਪੋਲੀਟਿਕਸ ਵਜੋਂ ਘੱਟ ਲੈਂਦੀ ਹਾਂ, ਲੋਕ ਸੇਵਾ ਹੀ ਮੰਨਦੀ ਹਾਂ। ਦੇਖੋ ਇਸ ਫੀਲਡ ਦੇ ਵਿੱਚ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ, ਲੋਕਾਂ ਦਾ ਬਣਦਾ ਹੱਕ ਲੋਕਾਂ ਨੂੰ ਦਿਵਾਉਂਦੇ ਹੋ, ਤੁਸੀਂ ਇਸ ਤਰ੍ਹਾਂ ਦੀ ਪੋਜੀਸ਼ਨ ਤੇ ਹੁੰਦੇ ਹੋ ਜਿੱਥੇ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ, ਤੇ ਇੱਕ ਤਰ੍ਹਾਂ ਦੀ ਇਹ ਲੋਕ ਸੇਵਾ ਹੈ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ ਆਪਦੇ ਫੀਲਡ ਨੂੰ ਕਿਸ ਤਰ੍ਹਾਂ ਲੈਣਾ ਹੈ। ਪਰ ਬੜੇ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜੀ ਸਿਆਸਤ ਆ ਉਹ ਇੱਕ ਅਜਿਹੀ ਦਲਦਲ ਆ, ਜਦੋਂ ਬੰਦਾ ਇੱਕ ਵਾਰੀ ਪੈਰ ਰੱਖਦਾ ਉਹਦੇ ਵਿੱਚ ਧੱਸਦਾ ਹੀ ਚਲਾ ਜਾਂਦਾ। ਤੁਸੀਂ ਕਿਵੇਂ ਮੰਨਦੇ? ਇਹ ਹਰ ਬੰਦੇ ਤੇ ਆਪ ਡਿਪੈਂਡ ਕਰਦਾ ਹੈ। ਇਹ ਤੁਸੀਂ ਡਿਸਾਈਡ ਕਰਨਾ ਹੁੰਦਾ ਕਿ ਤੁਸੀਂ ਉਹਨੂੰ ਦਲਦਲ ਬਣਾਉਣਾ ਹੈ ਕਿ ਤੁਸੀਂ ਉਹਨੂੰ ਆਪਦੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਉਹਨੂੰ ਲੋਕ ਸੇਵਾ ਵਾਂਗੂ ਲੈਣਾ ਹੈ। ਦੇਖੋ, ਜਿਨ੍ਹਾਂ ਲੋਕਾਂ ਨੇ ਲਾਲਚ ਕੀਤਾ, ਜਿਨ੍ਹਾਂ ਲੋਕਾਂ ਨੂੰ ਲਾਲਚ ਤੋਂ ਬਿਨਾਂ ਹੋਰ ਕੁਝ ਜ਼ਿੰਦਗੀ 'ਚ ਨਜ਼ਰ ਹੀ ਨਹੀਂ ਆਇਆ, ਜਿਨ੍ਹਾਂ ਨੇ ਸੂਬਿਆਂ ਦੇ ਮਤਲਬ ਖਜ਼ਾਨੇ ਖਾਲੀ ਕਰਕੇ ਤੇ ਆਪਦੇ ਘਰ ਭਰੇ, ਇਹ ਡੈਫੀਨਿਟਲੀ ਉਹਨਾਂ ਲਈ ਦਲਦਲ ਹੈ। ਦੇਖੋ, ਜਿਵੇਂ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ, ਉਵੇਂ ਹੀ ਇਹ ਦਲਦਲ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਲਾਲਚ ਦੀਆਂ ਹੱਦਾਂ ਪਾਰ ਕਰਤੀਆਂ, ਖਜ਼ਾਨੇ ਖਾਲੀ ਕਰਤੇ ਤੇ ਆਪਦੇ ਘਰ ਭਰ ਲਏ। ਉਹਨਾਂ ਸਾਰਿਆਂ ਲਈ ਇਹ ਦਲਦਲ ਹੈ, ਪਰ ਡੈਫੀਨਿਟਲੀ ਸਾਡੇ ਲਈ ਇਹ ਦਲਦਲ ਨਹੀਂ। ਬੜੀ ਸਕੂਨ ਦੀ ਨੀਂਦ ਸੌਂਈਦਾ ਜਦੋਂ ਜਿੰਨੇ ਲੋੜਵੰਦ ਆ ਜਾਣ, ਜੇ ਉਹਨਾਂ ਵਿੱਚੋਂ ਅੱਧਿਆਂ ਦੇ ਵੀ ਕੰਮ ਕਰ ਦਈਏ ਤਾਂ ਬੜੀ ਚੈਨ ਦੀ ਨੀਂਦ ਆਉਂਦੀ ਹੈ। ਮੈਨੂੰ ਤਾਂ ਇਹ ਲੋਕ ਸੇਵਾ ਲੱਗਦੀ ਹੈ, ਮੈਨੂੰ ਇਹ ਬਿਲਕੁਲ ਦਲਦਲ ਨਹੀਂ ਲੱਗਦੀ। ਜਦੋਂ ਪਰਿਵਾਰ ਦੇ ਉੱਤੇ, ਖਾਸ ਕਰਕੇ ਪਤੀ ਦੇ ਉੱਤੇ ਉਂਗਲਾਂ ਉੱਠਦੀਆਂ ਜਾਂ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਗਾ, ਜਾਂ ਕਿਸਾਨੀ ਜਿਹੜਾ ਇਹ ਅੰਦੋਲਨ ਚੱਲ ਰਿਹਾ, ਜਾਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿਛਲੇ ਦਿਨੀ ਸ਼ਾਇਦ ਤੁਹਾਡੇ ਨਾਲ ਵੀ ਹੋਇਆਗਾ, ਜੋ ਕਿਸਾਨ ਆ ਕੇ ਪੁੱਛਦੇ ਨੇ ਸਵਾਲ ਜਵਾਬ, ਉਦੋਂ ਕੀ ਆਉਂਦਾ ਮਨ ਦੇ ਵਿੱਚ? ਦੇਖੋ, ਅਸੀਂ ਤਾਂ ਆਪ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ, ਮੈਂ ਤੇ ਰਾਜਾ ਜੀ ਜੀ, ਤੇ ਮੈਂ ਤਾਂ ਆਪਦੇ ਆਪ ਨੂੰ ਕਿਸਾਨੀ ਅੰਦੋਲਨ ਦਾ ਹਿੱਸਾ ਮੰਨਦੀ ਹਾਂ। ਮੈਂ ਤਾਂ ਉਹਨਾਂ ਤੋਂ ਉਲਟ ਹੁੰਦੀ ਹੈ ਹੀ ਨਹੀਂ, ਮੈਂ ਤਾਂ ਆਪ ਉਹਨਾਂ ਦਾ ਹਿੱਸਾ ਹਾਂ। ਮੈਂ ਤਾਂ ਆਪ ਉਸ ਅੰਦੋਲਨ ਦਾ ਮਤਲਬ ਜੋ ਮੰਗਾਂ ਕਿਸਾਨਾਂ ਦੀਆਂ ਨੇ ਉਹ ਵਾਜਬ ਹੈ, ਉਹ ਕਿਸਾਨਾਂ ਨੂੰ ਮਿਲਣੀਆਂ ਚਾਹੀਦੀਆਂ। ਜਿਹੜੇ 3 ਕਾਨੂੰਨ ਬਣਾਏ ਹੈ ਮੋਦੀ ਸਰਕਾਰ ਨੇ, ਇਹ ਤਿੰਨੋਂ ਹੀ ਗਲਤ ਹੈ। ਇਹ ਤਿੰਨੋਂ ਕਿਸਾਨੀ ਦਾ ਖਾਤਮਾ ਕਰਨ ਲਈ ਕਾਨੂੰਨ ਬਣਾਏ ਗਏ ਹੈ, ਇਹ ਕਾਰਪੋਰੇਟਸ ਨੂੰ ਸਟਰੋਂਗ ਕਰਨ ਲਈ ਕਾਨੂੰਨ ਬਣਾਏ ਗਏ ਹੈ। ਅਸੀਂ ਪੰਜਾਬ ਇੱਕ ਕਿਸਾਨੀ ਸੂਬਾ ਹੈ ਜੀ, ਤੇ ਸਾਡੇ ਲਈ ਤਾਂ ਇਹ ਕਾਨੂੰਨ ਬਹੁਤ ਹੀ ਘਾਤਕ ਹੈ। ਮੈਂ ਇਹਨਾਂ ਤੋਂ ਉਲਟ ਨਹੀਂ ਮੰਨਦੀ, ਮੈਂ ਤਾਂ ਬਿਲਕੁਲ ਕਿਸਾਨਾਂ ਦੇ ਹੱਕ ਵਿੱਚ ਖੜੀ ਹਾਂ। ਸਾਡਾ ਪਰਿਵਾਰ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਖੜਾ ਹੈ, ਤੇ ਸਾਡੀ ਤਾਂ ਇਹ ਬੇਨਤੀ ਹੈ ਮੋਦੀ ਸਰਕਾਰ ਦੇ ਅੱਗੇ ਕਿ ਇਹ ਕਾਨੂੰਨ ਵਾਪਸ ਲਏ ਜਾਣ ਜੀ। ਖਾਸ ਤੌਰ ਤੇ ਇੱਕ ਮੇਰਾ ਸਵਾਲ ਹੋਰ ਸੀ, ਔਰਤਾਂ ਨੂੰ ਲੈ ਕੇ, ਜਿਹੜੀਆਂ ਔਰਤਾਂ ਘਰ ਦੇ ਵਿੱਚ ਕੰਮ ਕਰਦੀਆਂ, ਤੁਸੀਂ ਵੀ ਕਰਦੇ ਹੋਵੋਗੇ, ਜਿਹੜਾ ਇਹ ਸਾਰਾ ਸਿਸਟਮ ਆ, ਇੱਕ ਪਾਸੇ ਮੁਫਤਖੋਰੀ ਵਾਲਾ, ਇੰਨੀ ਬਿਜਲੀ ਅਸੀਂ ਫ੍ਰੀ ਦੇ ਦਾਂਗੇ, ਕੇਜਰੀਵਾਲ ਸਾਹਿਬ ਆਏ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰਤਾ, ਸਾਡੀ ਸਰਕਾਰ ਆਈ, ਤੁਹਾਡੀ ਸਰਕਾਰ ਨੇ ਹੁਣ 1200 ਕਰੋੜ ਜਿਹੜਾ 2 ਯੂਨਿਟ ਤੋਂ ਥੱਲੇ ਆ ਉਹਨਾਂ ਦਾ ਮਾਫ ਕੀਤਾ। ਜਿਹੜਾ ਮੁਫਤਖੋਰੀ ਵਾਲਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਹੋਣਾ ਚਾਹੀਦਾ? ਜਦੋਂ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਾ ਕੇ ਪੁੱਛਦੇ ਹਾਂ, ਲੋਕ ਕਹਿੰਦੇ ਆ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ, ਮੁਫਤਖੋਰੀ ਨਹੀਂ। ਅਸੀਂ ਆਪਦੇ ਬਿੱਲ, ਆਪਦੀ ਚੀਜ਼ ਅਸੀਂ ਆਪ ਪੇ ਕਰਾਂਗੇ, ਸਾਨੂੰ ਮੁਫਤਖੋਰੀ ਨਹੀਂ ਚਾਹੀਦੀ, ਸਾਨੂੰ ਨੌਕਰੀ ਚਾਹੀਦੀ। ਇੱਥੇ ਮੈਂ ਦੋਵਾਂ ਗੱਲਾਂ ਦਾ ਜਵਾਬ ਦੇਵਾਂਗੀ ਵੀਰ ਜੀ। ਦੇਖੋ, ਜਿਨ੍ਹਾਂ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ ਜੀ, ਔਰ ਜਿਹੜੇ ਰੋਜ਼ਗਾਰ ਕਰਨ ਦੇ ਕਾਬਿਲ ਹੈ,
ਰੋਜ਼ਗਾਰ ਲੈਣ ਦੇ ਕਾਬਿਲ ਹੈ, ਜੇ ਉਹ ਐਜੂਕੇਟਿਡ ਨੇ ਤੇ ਉਹਨਾਂ ਨੂੰ ਇੰਪਲੋਇਮੈਂਟ ਮਿਲਣੀ ਚਾਹੀਦੀ ਹੈ। ਇੰਪਲੋਇਮੈਂਟ ਦੇ ਸੋਰਸਿਸ ਜਨਰੇਟ ਹੋਣੇ ਚਾਹੀਦੇ ਹੈ ਤਾਂ ਜੋ ਵੱਧ ਤੋਂ ਵੱਧ ਯੂਥ ਨੂੰ ਰੋਜ਼ਗਾਰ ਮਿਲ ਸਕੇ ਜੀ। ਪਰ ਕਈ ਲੋਕ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਜਾਂ ਤਾਂ ਬਜ਼ੁਰਗ ਹੈ, ਬਿਲਕੁਲ ਪੜ੍ਹੇ ਨਹੀਂ, ਜਾਂ ਬਿਮਾਰ ਹੈ, ਮੰਜਿਆਂ ਤੇ ਪਏ ਹੈ, ਜਿਨ੍ਹਾਂ ਦੇ ਘਰੇ ਕੋਈ ਕਮਾਈ ਦਾ ਸਾਧਨ ਨਹੀਂ, ਕੋਈ ਕਮਾਈ ਕਰਨ ਵਾਲਾ ਹੀ ਹੈ ਨਹੀਂ ਜੀ, ਠੀਕ ਹੈ। ਜਿਹੜੇ ਬਿਲੋ ਪਾਵਰਟੀ ਲਾਈਨ ਲੋਕ ਨੇ, ਜਿਹੜੇ ਉਸ ਲੈਵਲ ਤੱਕ ਪਹੁੰਚ ਹੀ ਨਹੀਂ ਸਕਦੇ, ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਲੋਕਾਂ ਨੂੰ ਸਪੋਰਟ ਕਰਨ ਦੀ। ਭਾਵੇਂ ਉਹ ਬਿਜਲੀ ਦੇ ਬਿੱਲ ਮਾਫ ਕਰਕੇ ਕਰਨ, ਭਾਵੇਂ ਉਹਨਾਂ ਨੂੰ ਕਣਕ ਦੇ ਕੇ ਉਹਨਾਂ ਨੂੰ ਸਪੋਰਟ ਕੀਤਾ ਜਾਵੇ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਲੋਕਾਂ ਨੂੰ ਸਪੋਰਟ ਕਰਨ ਦੀ। ਪਰ ਡੈਫੀਨੇਟਲੀ ਜਿਹੜੇ ਲੋਕ ਇੰਪਲੋਇਮੈਂਟ ਦੇ ਕਾਬਿਲ ਹੈ ਔਰ ਪੜ੍ਹੇ ਲਿਖੇ ਹੈ, ਉਹਨਾਂ ਦੇ ਲਈ ਇੰਪਲੋਇਮੈਂਟ ਦੇ ਸੋਰਸਿਸ ਜਨਰੇਟ ਕਰਕੇ ਵੱਧ ਤੋਂ ਵੱਧ ਯੂਥ ਨੂੰ ਇੰਪਲੋਇਮੈਂਟ ਮਿਲਣੀ ਚਾਹੀਦੀ ਹੈ। ਪਰ ਮੈਮ ਇਹ ਵੀ ਹੈ ਕਿਤੇ ਨਾ ਕਿਤੇ ਜੇ ਹੇਰਾਫੇਰੀ ਹੋਵੇ, ਹੇਰਾਫੇਰੀ ਵੀ ਹੁੰਦੀ ਹੈ ਸਕੀਮਾਂ ਦੇ ਵਿੱਚ, ਸਕੀਮਾਂ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਹੈ। ਜਿਹੜੇ ਅਜਿਹੇ ਲੋਕ ਦੁਰਵਰਤੋਂ ਕਰਦੇ ਆ ਉਹਨਾਂ ਨੂੰ ਵੀ ਫਿਰ ਬਣਦੀ ਸਜ਼ਾ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਦੇਖੋ, ਜਿਹੜੀਆਂ ਸਕੀਮਸ ਬਣਦੀਆਂ ਜਾਂ ਜਿਹੜੀਆਂ ਸਰਕਾਰ ਸੁਵਿਧਾਵਾਂ ਦਿੰਦੀ ਹੈ ਉਹ ਲੋੜਵੰਦ ਲੋਕਾਂ ਨੂੰ ਦਿੰਦੀ ਹੈ, ਤੇ ਜੇ ਉਹ ਲੋੜਵੰਦ ਲੋਕਾਂ ਦੀਆਂ ਸੁਵਿਧਾਵਾਂ ਹੋਰ ਲੋਕ ਲੈ ਜਾਂਦੇ ਹੈ, ਜਿਹੜੇ ਜ਼ਮੀਨਾਂ ਦੇ ਜਿਨ੍ਹਾਂ ਕੋਲ ਮਲਕੀਅਤ ਹੈ ਜ਼ਮੀਨਾਂ ਦੀ, ਜਾਂ ਜਿਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਉਹਨਾਂ ਦੀ, ਤਾਂ ਪਹਿਲੀ ਗੱਲ ਤਾਂ ਉਹਨਾਂ ਲੋਕਾਂ ਨੂੰ ਹੀ ਸ਼ਰਮ ਆਉਣੀ ਚਾਹੀਦੀ ਹੈ ਲੈਣ ਲੱਗਿਆਂ ਨੂੰ ਕਿ ਤੁਸੀਂ ਇੱਕ ਲੋੜਵੰਦ ਦਾ ਹੱਕ ਲੈ ਰਹੇ ਹੋ, ਤੁਹਾਨੂੰ ਲੋੜ ਹੀ ਨਹੀਂ, ਜਦੋਂ ਕਿਉਂ ਖਾਂਦੇ ਹੋ ਕਿਸੇ ਲੋੜਵੰਦ ਦਾ ਹੱਕ? ਪਹਿਲੀ ਗੱਲ ਤਾਂ ਪਰਮਾਤਮਾ ਦੀ ਦਰਗਾਹ 'ਚ ਉਸ ਚੀਜ਼ ਦੀ ਕੋਈ ਮਾਫੀ ਨਹੀਂ ਆਪਦੀ ਇਨਸਾਨੀਅਤ ਦੇ ਤੌਰ ਤੇ। ਦੂਜੀ ਗੱਲ ਇਹ ਹੈ ਕਿ ਡੈਫੀਨੇਟਲੀ ਉਹ ਸਜ਼ਾ ਦੇ ਹੱਕਦਾਰ ਹੈ, ਉਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਜੇ ਅਸੀਂ ਪਿਛਲਾ ਮਾਹੌਲ ਦੇਖਦੇ ਹਾਂ ਜਾਂ ਪਿਛਲੀਆਂ ਸਰਕਾਰਾਂ ਦੇਖਦੇ ਹਾਂ, ਇਹ ਵੀ ਆਰੋਪ ਲੱਗਦੇ ਰਹੇ ਖਾਸ ਕਰਕੇ ਨੀਲੇ ਕਾਰਡਾਂ ਨੂੰ ਲੈ ਕੇ ਵੀ ਜਿਹੜੇ 20-20 ਕਿੱਲਿਆਂ ਵਾਲੇ, 10-10 ਕਿੱਲਿਆਂ ਵਾਲੇ ਉਹ ਤਾਂ ਕਣਕ ਲੈ ਜਾਂਦੇ ਆ, ਗਰੀਬ ਉੱਥੇ ਦਾ ਖੜਾ ਉੱਥੇ ਰਹਿ ਜਾਂਦਾ ਗਾ। ਬਿਲਕੁਲ ਸਹੀ ਕਹਿ ਰਹੇ ਹੋ। ਬਾਦਲ ਸਰਕਾਰ ਵੇਲੇ ਇਹ ਬੜੀ ਵੱਡੀ ਦਿੱਕਤ ਸੀ ਕਿ ਪੈਨਸ਼ਨਾਂ ਲੱਗਦੀਆਂ ਹੀ ਉਹਨਾਂ ਦੀਆਂ ਸੀ ਜਿਨ੍ਹਾਂ ਕੋਲ ਜ਼ਮੀਨਾਂ ਹੁੰਦੀਆਂ ਸੀ। ਲੋੜਵੰਦ ਸੀ ਵਿਚਾਰੇ, ਉਹ ਬਿਨਾਂ ਪੈਨਸ਼ਨਾਂ ਤੋਂ ਰਹਿ ਜਾਂਦੇ ਸੀ, ਤੇ ਕਾਰਡ ਉਹਨਾਂ ਦੇ ਹੀ ਬਣਦੇ ਸੀ ਜਿਨ੍ਹਾਂ ਦੀ ਪਹੁੰਚ ਹੁੰਦੀ ਸੀ ਬਾਦਲ ਸਾਹਿਬ ਤੱਕ, ਜਾਂ ਜਿਨ੍ਹਾਂ ਦੀ ਉੱਥੋਂ ਦੇ ਲੀਡਰ ਤੱਕ ਪਹੁੰਚ ਹੁੰਦੀ ਸੀ। ਇਹ ਬਾਦਲਾਂ ਵੇਲੇ ਹੁੰਦਾ ਸੀ, ਇਹ ਆਮ ਗੱਲ ਸੀ, ਪਰ ਡੈਫੀਨੇਟਲੀ ਅੱਜ ਨਹੀਂ ਹੁੰਦਾ। ਅੱਜ ਬੜੇ ਲੋਕਾਂ ਦੇ ਕਾਰਡ ਕੱਟੇ ਗਏ ਆ। ਹੁਣ ਜਦੋਂ ਨਵੇਂ ਬਣਾਏ ਨੇ ਕਾਰਡ ਪਿਛਲੇ ਸਾਲ, ਤਾਂ ਬੜੇ ਲੋਕਾਂ ਦੇ ਜਿਨ੍ਹਾਂ ਦੇ ਬਾਦਲ ਸਰਕਾਰ ਵੇਲੇ ਕਾਰਡ ਲੱਗੇ ਹੋਏ ਸੀ ਉਹ ਕੱਟੇ ਵੀ ਹੈ। ਉਹ ਤਾਂ ਹੀ ਕੱਟਣ ਦੀ ਲੋੜ ਪਈ ਕਿਉਂਕਿ ਉਹਨਾਂ ਲੋਕਾਂ ਨੂੰ ਲੋੜ ਹੀ ਨਹੀਂ ਸੀ ਕਾਰਡਸ ਦੀ। ਜੇ ਗਿੱਦੜਬਾਹੇ ਹਲਕੇ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗਣੀਆਂ ਸੀ ਜਾਂ ਜੋ ਕੰਮ ਹੋਣੇ ਸੀ ਹੋ ਗਏ, ਜੇ ਕੋਈ ਇਲੀਗਲ ਤੁਹਾਡੀ ਨਜ਼ਰ 'ਚ ਆਉਂਦਾ ਗਾ, ਕਰੋਗੇ ਕੈਂਸਲ? ਡੈਫੀਨੇਟਲੀ ਕਰਾਂਗੇ। ਜੇ ਤੁਹਾਨੂੰ ਕਿਸੇ ਇਸ ਤਰ੍ਹਾਂ ਦੇ ਇਨਸਾਨ ਦਾ ਪਤਾ ਲੱਗਦਾ ਤਾਂ ਜ਼ਰੂਰ ਦੱਸੋ। ਤੇ ਜਿੱਥੋਂ ਤੱਕ ਪੈਨਸ਼ਨਾਂ ਦਾ ਜਾਂ ਜੋ ਵੀ ਸਰਕਾਰੀ ਸੁਵਿਧਾਵਾਂ ਆਉਂਦੀਆਂ ਹੈ, ਇਹਨਾਂ ਦੇ ਕੈਂਪਸ ਰੈਗੂਲਰਲੀ ਲੱਗਦੇ ਰਹਿੰਦੇ ਹੈ। ਰੈਗੂਲਰਲੀ ਕੈਂਪਸ ਲੱਗਦੇ ਹੈ। ਭਾਵੇਂ ਤੁਸੀਂ ਲਾਭਪਾਤਰੀ ਬਣਾਉਣੇ ਹੈ, ਭਾਵੇਂ ਤੁਸੀਂ ਪੈਨਸ਼ਨ ਦੇ ਕਾਰਡਸ ਬਣਾਉਣੇ ਹੈ, ਭਾਵੇਂ ਆ ਜਿਹੜੇ ਹੁਣ ਬਿਜਲੀ ਦੇ ਬਿੱਲ ਮਾਫ ਕੀਤੇ ਉਹਨਾਂ ਦੇ ਫਾਰਮਸ ਭਰਾਉਣੇ ਹੈ, ਉਹਨਾਂ ਦੇ ਕੈਂਪਸ ਰੈਗੂਲਰਲੀ ਪਿੰਡਾਂ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਚੱਲ ਰਹੇ ਹੈ ਲਗਾਤਾਰ। ਜੀ, ਜਦੋਂ ਲੋਕ ਕੰਪੈਰੀਜ਼ਨ ਕਰਕੇ ਦੇਖਦੇ ਆ, ਖਾਸ ਕਰਕੇ ਸੋਸ਼ਲ ਮੀਡੀਆ ਦੀ ਜੇ ਅਸੀਂ ਗੱਲ ਕਰਦੇ ਹਾਂ, ਜਦੋਂ ਉਹ ਇਹ ਬਣਾਉਂਦੇ ਨੇ ਜਾਂ ਅਫਵਾਹਾਂ ਦੇ ਵਿੱਚ ਇਹ ਚੀਜ਼ ਆਉਂਦੀ ਆ ਹਰਸਿਮਰਤ ਕੌਰ ਵਰਸੇਜ਼ ਅੰਮ੍ਰਿਤਾ ਵੜਿੰਗ, ਕੀ ਸੋਚਦੇ ਹੋ? ਕਦੀ ਜ਼ਿਆਦਾ ਨਹੀਂ ਸੋਚਿਆ, ਸਿਰਫ ਆਪਦੇ ਕੰਮ ਨੂੰ ਕਰੀਦਾ ਹੈ ਔਰ ਬੜੀ ਸ਼ਿੱਦਤ ਨਾਲ, ਬੜੇ ਦਿਲ ਨਾਲ ਮੈਂ ਆਪਦੇ ਕੰਮ ਨੂੰ ਕਰਦੀ ਹਾਂ ਜੀ। ਜੋ ਮੇਰੀ ਜ਼ਿੰਮੇਵਾਰੀ ਹੁੰਦੀ ਹੈ, ਆਪਦੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਣੀ ਹੈ, ਭਾਵੇਂ ਉਹ ਹਰਸਿਮਰਤ ਕੌਰ ਜੀ ਹੋਣ ਤੇ ਭਾਵੇਂ ਕੋਈ ਵੀ ਹੋਵੇ। ਮੈਂ ਉਹ ਕਹਿੰਦੇ ਨਾ ਕਿ ਆਪਦੇ ਟੀਚੇ ਵੱਲ ਆਪਦੀ ਨਿਸ਼ਾਨਾ ਚਾਹੀਦਾ ਹੈ ਤੁਹਾਡਾ, ਤੇ ਮੇਰਾ ਸਿਰਫ ਅੱਖ ਦਾ ਨਿਸ਼ਾਨਾ ਉੱਥੇ ਹੁੰਦਾ ਹੈ ਜਿੱਥੇ ਮੇਰਾ ਕੰਮ ਹੈ। ਮੈਂ ਸਿਰਫ ਆਪਦੇ ਕੰਮ ਨਾਲ ਧਿਆਨ ਰੱਖਦੀ ਹਾਂ, ਸੱਜੇ ਖੱਬੇ ਵੇਖਣ ਦੀ ਵਾਲੀ ਆਦਤ ਨਹੀਂ, ਭਾਵੇਂ ਕੋਈ ਵੀ ਹੋਵੇ। ਤੁਹਾਡਾ ਨਿਸ਼ਾਨਾ ਐਮਐਲਏ ਦੀ ਕੁਰਸੀ? ਮੇਰਾ ਨਿਸ਼ਾਨਾ ਇਹ ਹੈ ਵੀਰ ਕਿ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਬਖੂਬੀ ਨਿਭਾਈਏ, ਉਹਨਾਂ ਵਿੱਚ ਕਿਤੇ ਕੁਤਾਹੀ ਨਾ ਹੋ ਜੇ, ਕਿਤੇ ਕੋਈ ਗਲਤੀ ਨਾ ਹੋ ਜੇ। ਜੋ ਲੋਕਾਂ ਦੀਆਂ ਮੰਗਾਂ ਨੇ, ਜੋ ਲੋਕਾਂ ਦੇ ਹਿੱਤ ਵਿੱਚ ਕਰ ਸਕਦੇ ਆ, ਉਹ ਇੱਕ ਇੱਕ ਕੰਮ ਨੂੰ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਕਰੀਏ ਤਾਂ ਜੋ ਲੋਕ ਯਾਦ ਰੱਖਣ। ਇੱਕ ਐਸੀ ਮਿਸਾਲ ਛੱਡ ਕੇ ਜਾਈਏ ਕਿ ਜਿਹੜਾ ਕੰਮ ਕਰੀਏ ਲੋਕ ਯਾਦ ਰੱਖਣ ਕਿ ਇੰਨੀ ਵਫਾਦਾਰੀ ਨਾਲ ਤੇ ਇੰਨੇ ਸੁਚੱਜੇ ਢੰਗ ਨਾਲ ਇਹਨਾਂ ਲੋਕਾਂ ਨੇ ਕੰਮ ਕੀਤਾ ਕਿ ਇਹ ਜਿਹਾ ਬੰਦਾ ਚਾਹੀਦਾ ਹੈ ਜਿਵੇਂ ਇਹ ਕੰਮ ਕਰ ਰਹੇ ਹੈ। ਇਹ ਸੁਣਨਾ ਪਸੰਦ ਕਰੂੰਗੀ ਜੀ। ਹਾਂਜੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਸਰ ਜੇ ਗੱਲਬਾਤ ਕਰਦੇ ਆ ਜਾਂ ਮੇਰੀ ਮੁਲਾਕਾਤ ਵੀ ਸੀ, ਉਹਨਾਂ ਨੇ ਕਿਹਾ ਸੀ ਵੀ ਰਾਜਾ ਕਦੇ ਵੀ ਗੱਲ ਇੱਥੇ ਢਿੱਡ 'ਚ ਨਹੀਂ ਰੱਖਦਾ, ਜ਼ੁਬਾਨ ਤੇ ਰੱਖਦਾਗਾ। ਤੁਸੀਂ ਤਾਂ ਨਹੀਂ ਕੋਈ ਗੱਲ ਲੁਕੋ ਰਹੇ ਅੱਜ? ਜੋ ਤੁਸੀਂ ਪੁੱਛਿਆ ਮੈਂ ਤੁਹਾਨੂੰ ਬਿਲਕੁਲ ਓਨੈਸਟਲੀ ਉਹੀ ਜਵਾਬ ਦਿੱਤੇ ਹੈ ਜੋ ਦਿਲੋਂ ਦਿਮਾਗ 'ਚ ਹੈ ਵੀਰੇ, ਉਹੀ ਬੋਲ ਰਹੀ ਹਾਂ। ਜੇ ਕਦੀ ਵੀ ਆਉਂਗੇ ਤੇ ਇਹੀ ਗੱਲਾਂ ਕਹੂੰਗੀ। ਜੇ ਅੱਜ ਤੋਂ ਤੁਸੀਂ ਮੈਨੂੰ ਕਿਹਾ ਕਿ 2 ਸਾਲ ਪਹਿਲਾਂ ਮਿਲੇ ਸੀ ਤਾਂ ਡੈਫੀਨੇਟਲੀ ਮੈਨੂੰ ਲੱਗਦਾ ਉਹ ਗੱਲਾਂ ਸੇਮ ਹੋਣਗੀਆਂ, ਕੋਈ ਬਾਲਾ ਅੰਤਰ ਨਹੀਂ ਹੋਣਾ। ਜੋ ਸੋਚਦੀ ਹਾਂ ਉਹੀ ਬੋਲਦੀ ਹਾਂ, ਜ਼ੁਬਾਨ ਤੇ ਜੋ ਆਊਗਾ ਉਹ ਸੱਚ ਹੀ ਆਊਗਾ, ਭਾਵੇਂ ਕਿਸੇ ਨੂੰ ਕੌੜਾ ਹੀ ਲੱਗੇ।
ਆਉਣ ਵਾਲੇ ਦਿਨਾਂ 'ਚ ਫਿਰ ਤੁਹਾਨੂੰ ਦੇਖ ਸਕਦੇ ਹਾਂ ਅਸੀਂ ਰਾਜਨੀਤੀ 'ਚ? ਜੇ ਪਾਰਟੀ ਡਿਸਾਈਡ ਕਰੂਗੀ ਤਾਂ ਫਿਰ ਮੈਂ ਉਹੀ ਜਵਾਬ ਦੇਵਾਂਗੀ। ਜੇ ਪਾਰਟੀ ਨੇ ਹੁਕਮ ਲਾਇਆ ਤਾਂ ਤੁਸੀਂ ਤਿਆਰ ਹੋ? ਜੇ ਪਾਰਟੀ ਨੇ ਹੁਕਮ ਲਾਇਆ। ਜੀ ਮੈਮ, ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸੀ ਮੈਮ ਅਮ੍ਰਿਤਾ ਵੜਿੰਗ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਰਾਜਨੀਤਿਕ ਲੀਡਰ ਦੀ ਮੁਲਾਕਾਤ ਲੈ ਕੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।